ਵੱਡੇ ਪੁੱਤਰ ਦੀ ਸ਼ਾਦੀ ਹੋ ਗਈ, ਇਹਦਾ ਮਤਲਬ ਇਹ ਨਹੀਂ ਕਿ ਉਹਦਾ ਘਰ ਤੇ ਅੱਕ ਖਤਮ ਹੋ ਗਿਆ। ਜੋ ਵੀ ਕਰੋਗੇ ਤੁਸੀਂ ਨਿੱਕੇ ਪੁੱਤਰ ਵਾਸਤੇ ਕਰੋਗੇ। ਜਵਾਨ ਕਹਿੰਦਾ ਸਾਰੀ ਜ਼ਿੰਦਗੀ ਆਪਣੇ ਮਾਂ-ਬਾਪ ਦੇ ਅੱਗੋਂ ਦੂਸਰੀ ਗੱਲ ਨਹੀਂ ਕੀਤੀ। ਕਹਿੰਦਾ ਆਪਣੀ ਮਰਜ਼ੀ ਨਾਲ ਸਾਰੇ ਭੈਣ ਭਰਾ ਰਲ ਕੇ ਗਏ ਨੇ, ਮੇਰਾ ਰਿਸ਼ਤਾ ਤੱਕ ਕੇ ਆਏ ਨੇ, ਮੇਰੀ ਸ਼ਾਦੀ ਕੀਤੀ ਨੇ, ਮੈਂ ਸ਼ਾਦੀ ਨਹੀਂ ਸੀ ਕਰਨਾ ਚਾਹੁੰਦਾ। ਮੈਂ ਕਿਹਾ ਅੰਮਾ ਜੀ ਮੈਂ ਸ਼ਾਦੀ ਨਹੀਂ ਕਰਨੀ, ਮੈਂ ਯੂਰਪ ਜਾਣਾ, ਜਿਸ ਤਰ੍ਹਾਂ ਵੀ ਆਇਆ ਮੈਨੂੰ ਯੂਰਪ ਟੋਰੋ। ਕਹਿੰਦੇ ਪੁੱਤਰ ਸਾਡੇ ਕੋਲ ਗੁੰਜਾਇਸ਼ ਕੋਈ ਨਹੀਂ ਹੈ, ਬਿਹਤਰ ਹੈ ਕਿ ਤੇਰੀ ਸ਼ਾਦੀ ਕਰ ਦਈਏ, ਤੇਰੀ ਉਮਰ ਢੇਰ ਹੋ ਗਈ ਹੈ। ਕਹਿੰਦਾ ਆਪਣੀ ਮਰਜ਼ੀ ਨਾਲ ਕੀਤੀ ਨੇ, ਜਨਾਨੀ ਮੇਰੀ ਬੜੀ ਚੰਗੀ ਹੈ, ਅੰਮਾਰਾਂ ਦੀ ਬੜੀ ਖਿਦਮਤ ਕਰਦੀ ਹੈ। ਕਹਿੰਦਾ ਮੈਨੂੰ ਪਤਾ ਵੀ ਨਹੀਂ, ਸ਼ਾਮੀ ਆ ਕੇ ਮੇਰੀ ਜਨਾਨੀ ਮੈਨੂੰ ਦੱਸਦੀ ਹੈ ਕਿ ਇਸ ਤਰ੍ਹਾਂ ਤੁਹਾਨੂੰ ਪਤਾ ਕਿ ਤੁਹਾਡੇ ਨਿੱਕੇ ਭਰਾ ਦਾ ਕੇਸ ਦਿੱਤਾ। ਕਹਿੰਦਾ ਮੈਂ ਕਿਸ ਤਰ੍ਹਾਂ ਹੋ ਸਕਦਾ, ਜੋ ਵੀ ਮਸ਼ਵਰਾ ਕਰਦੇ ਨੇ ਅੰਮਾਰੀ ਮੇਰੇ ਨਾਲ ਕਰਦੇ, ਤੈਨੂੰ ਕੋਈ ਗਲਤਫਹਿਮੀ ਹੋਈ ਹੈ, ਇਹ ਨਹੀਂ ਹੋ ਸਕਦਾ। ਕਹਿੰਦਾ ਸਾਰੇ ਭੈਣਾਂ ਭਰਾਵਾਂ ਨੇ ਸਲਾਹ ਕਰਕੇ ਤੇ ਕੇਸ ਏਜੰਟ ਨੂੰ ਦੇ ਆਏ ਨੇ। ਕਹਿੰਦਾ ਮੈਨੂੰ ਹਫਕੀ ਕਾਲੀ ਹੋਣ ਲੱਗ ਪਈ। ਮੈਂ ਆ ਕੇ ਅੰਮਾਰਾਂ ਨੂੰ ਪੁੱਛਿਆ, ਮੈਂ ਕਿਹਾ ਅੰਮਾ ਜੀ ਤੁਸੀਂ ਨਿੱਕੇ ਦਾ ਕਿਹੜੇ ਕੇਸ ਦੇ ਦਿੱਤਾ? ਆ ਪੁੱਤਰ ਨਹੀਂ, ਕਿਹੜਾ ਕੂ ਦਾ ਵੀਜ਼ਾ ਲੱਗ ਗਿਆ, ਉਹ ਕਿਹੜਾ ਟੁਰ ਗਿਆ। ਕਹਿੰਦਾ ਅੱਗੂ ਇਸ ਤਰ੍ਹਾਂ ਗੱਲਾਂ ਕਰਨ ਲੱਗ ਪਏ। ਮੈਂ ਕਿਹਾ ਅੰਮਾ ਜੀ ਤੁਸੀਂ ਇਹ ਦੱਸੋ ਤੁਸੀਂ ਕੇਸ ਦਿੱਤੇ ਆ? ਆ ਪੁੱਤਰ ਕੇਸ ਤੇ ਦਿੱਤਾ, ਸਾਰੇ ਭੈਣਾਂ ਭਰਾਵਾਂ ਨੇ ਥੋੜੇ ਥੋੜੇ ਪੈਸੇ ਕੀਤੇ ਨੇ ਤੇ ਚਲੋ ਹੁਣ ਜੇ ਟੁਰ ਗਿਆ ਤੇ ਭਲਕੇ ਤੈਨੂੰ ਮੰਗਾ ਲ। ਮੈਂ ਕਿਹਾ ਨਹੀਂ ਅੰਮਾ ਜੀ ਤੁਹਾਡੇ ਨਾਲ ਮੈਂ ਗੱਲ ਕੀਤੀ ਸੀ, ਪਹਿਲਾਂ ਮੈਂ ਜਾਣਾ, ਮੈਂ ਜਾ ਕੇ ਇਹਨੂੰ ਮੰਗਾ ਲਾਂਗਾ, ਤੁਸੀਂ ਪਹਿਲਾਂ ਨਿੱਕੇ ਨੂੰ ਟੋਰਦੇ ਪਏ। ਨਹੀਂ ਪੁੱਤਰ ਤੇਰਾ ਭਰਾ ਜਾਏਗਾ ਤੇ ਆਪੇ ਤੈਨੂੰ ਮੰਗਾ ਲੇਗਾ। ਕਹਿੰਦਾ ਢੇਰ ਰੋਇਆ ਪਿਟਿਆ, ਪੈਰੀ ਹੱਥ ਲਾਇਆ, ਅੰਮਾ ਜੀ ਤੁਸੀਂ ਮੇਰਾ ਵੀ ਕੁਝ ਕਰੋ, ਮੇਰੀ ਬੜੀ ਖੁਆਇਸ਼ ਹੈ ਯੂਰਪ ਜਾਣ ਦੀ। ਨਹੀਂ ਨਹੀਂ ਪੁੱਤਰ ਅਸੀਂ ਕੁਝ ਵੀ ਨਹੀਂ ਕਰ ਸਕਦੇ। ਕਹਿੰਦਾ ਢੇਰ ਰੋ ਪਿਟ ਕੇ ਆਪਣੇ ਕਮਰੇ 'ਚ ਆਇਆ। ਜਨਾਨੀ ਮੈਨੂੰ ਪਰੇਸ਼ਾਨ ਦੇ, ਉਹਨੇ ਕਿਹਾ ਕੀ ਹੋ ਗਿਆ, ਕਿਉਂ ਪਰੇਸ਼ਾਨ ਹੋ? ਇਸ ਤਰ੍ਹਾਂ ਅੰਮਾ ਨਿੱਕੇ ਨੂੰ ਟੋਰ ਦੇਣ ਪਏ, ਮੇਰੇ ਬਾਰੇ 'ਚ ਇਹਨਾਂ ਸੋਚਿਆ ਨਹੀਂ ਹੈ, ਬੜੀ ਇਹਨਾਂ ਦੀ ਮੈਂ ਖਿਦਮਤ ਕੀਤੀ ਹੈ। ਕਹਿੰਦਾ ਮੈਂ ਕਿਹਾ ਚੱਲ ਚਲੀਏ, ਇਸ ਘਰ 'ਚੋਂ ਰਹਿਣਾ ਹੀ ਨਹੀਂ। ਕਹਿੰਦਾ ਤੂੰ ਜਨਾਨੀ ਨੇ ਢੇਰ ਮਨਾ ਕੀਤਾ ਕਿ ਨਾ ਜੋ। ਕਹਿੰਦਾ ਮੈਂ ਕਿਹਾ ਨਹੀਂ ਰਹਿਣਾ, ਤੂੰ ਚੱਲ ਚਲੀਏ। ਕਹਿੰਦਾ ਢੇਰ ਟਾਈਮ ਹੋਇਆ ਸੀ ਰਾਤ ਦਾ। ਕਹਿੰਦਾ ਤੂੰ ਲੈ ਕੇ ਨਿਕਲਿਆ ਜਨਾਨੀ ਦੀ ਅੰਮਾ ਦੇ ਘਰ ਆਇਆ ਸੱਸ ਕੋਲ। ਕਹਿੰਦਾ ਉਹਨੇ ਆਖਿਆ ਹੈਰ ਹੋ ਗਈ ਹੈ, ਰਾਤੀ ਤੁਸੀਂ ਆ ਗਏ ਹੋ। ਕਹਿੰਦਾ ਸਾਰੀ ਗੱਲ ਦੱਸੀ ਕਿ ਇਸ ਤਰ੍ਹਾਂ ਸਾਡੇ ਨਾਲ ਮਸਲਾ ਬਣਿਆ, ਇਸ ਵਾਸਤੇ ਮੈਂ ਹੁਣ ਅੰਮਾਰਾਂ ਕੋਲ ਵਾਪਸ ਕੋ ਨਹੀਂ ਜਾਣਾ। ਕਹਿੰਦਾ ਪੁੱਤਰ ਚੱਲ ਹੈਰ ਹੀ ਆ, ਮਾਂ ਪਿਓ ਨਾਲ ਨਹੀਂ ਇਸ ਤਰ੍ਹਾਂ ਕਰੀਦਾ, ਆਪੇ ਤੇਰੇ ਵਾਸਤੇ ਵੀ ਚਲੋ ਕੁਝ ਕਰ ਹੀ ਦੇਣਗੇ। ਕਹਿੰਦਾ ਪਰ ਮੈਂ ਉੱਥੇ ਰਾਤੀ ਬੜੀ ਮੁਸ਼ਕਿਲ ਗੁਜ਼ਾਰੀ। ਕਹਿੰਦਾ ਮੈਨੂੰ ਰਾਤ ਪੂਰੀ ਨੀਂਦਰ ਕੋ ਆਈ ਕਿ ਮੇਰੇ ਘਰ ਦੇ ਇਸ ਤਰ੍ਹਾਂ ਮੇਰੇ ਨਾਲ ਜ਼ਿਆਦਤੀ ਕਿੰਝ ਕਰ ਸਕਦੇ ਨੇ। ਕਹਿੰਦਾ ਰਾਤੀ ਜਿਸੇ ਸੁਬਹ ਹੋਈ ਤੇ ਮੇਰੀ ਸੱਸ ਕਹਿੰਦੀ ਹੈ ਚਲਾ ਪੁੱਤਰ ਤੇਰੀ ਮਾਂ ਨਾਲ ਜਾ ਕੇ ਗੱਲ ਕਰਨਾ। ਕਹਿੰਦਾ ਮੈਂ ਕਿਹਾ ਮੈਂ ਨਹੀਂ ਜਾਣਾ, ਉਹਨਾਂ ਮੇਰੇ ਵਾਸਤੇ ਕੁਝ ਕਰਨਾ ਨਹੀਂ ਤੇ ਮੈਂ ਉਸ ਘਰ ਵੜ ਕੇ ਕੀ ਕਰਨਾ। ਕਹਿੰਦਾ ਸੱਸ ਮੇਰੀ ਜ਼ਬਰਦਸਤੀ ਮੈਨੂੰ ਲੈ ਆਈ ਨਾਲ, ਆਪਣੀ ਕੁੜੀ ਨੂੰ ਲੈ ਕੇ। ਜਿਸ ਵੇਲੇ ਉੱਥੇ ਘਰ ਆਏ ਆ ਕੇ ਅੰਮਾ ਨਾਲ ਆ ਕੇ ਗੱਲ ਕੀਤੀ। ਉਹਨੇ ਕਿਹਾ ਭੈਣ ਗੱਲ ਸੁਣੋ, ਮੁੰਡਾ ਤੁਹਾਡਾ ਬੜਾ ਚੰਗਾ ਹੈ, ਸਾਡਾ ਵੀ ਇਹ ਪੁੱਤਰ ਹੈ, ਲੇਕਿਨ ਗੱਲ ਸੁਣੋ ਜੇ ਕੁਝ ਸਾਡੇ ਵੱਲੋਂ ਆਉਂਦਾ ਅਸੀਂ ਪੈਸੇ ਦਿੰਦੇ ਆ ਤੇ ਤੁਸੀਂ ਇਹਦੇ ਵਾਸਤੇ ਕੁਝ ਕਰ ਦਿਓ, ਬੜੀ ਇਹਦੀ ਖੁਆਇਸ਼ ਹੈ। ਕਹਿੰਦਾ ਪਹਿਲਾਂ ਤੇ ਉਹ ਮੰਨਦੇ ਹੀ ਕੋਈ ਨਹੀਂ ਸੀ, ਫਿਰ ਅੰਮਾ ਹੀ ਕਹਿੰਦੇ ਚਲੋ ਸਹੀ ਹੈ, ਮੈਂ ਆਪਣੀਆਂ ਚੂੜੀਆਂ ਲਾ ਕੇ ਦੇ ਦੇਣੀ ਆ, ਚਲੋ ਇਹ ਵੇਚ ਲਵੇ ਔਰ ਥੋੜੇ ਜਿਹੇ ਪੈਸੇ ਕਰ ਦੇਣੀ ਆ ਤੇ ਚਲੋ ਇਹਦਾ ਵੀ ਕੇਸ ਦੇ ਦਿੰਦੇ ਆ। ਕਹਿੰਦਾ ਜਾਣਾ ਵੀ ਡੰਕੀ ਲਾ ਕੇ ਸੀ। ਕਹਿੰਦਾ ਮੈਂ ਬੜਾ ਖੁਸ਼ ਹੋ ਗਿਆ, ਫਿਰ ਅੰਮਾਰਾਂ ਦੇ ਹੱਥ ਚੁੰਮੇ। ਮੈਂ ਕਿਹਾ ਅੰਮਾ ਜੀ ਸਾਰੀ ਜ਼ਿੰਦਗੀ ਤੁਹਾਡਾ ਮੈਂ ਖਿਦਮਤਗਾਰ ਰਵਾਂਗਾ, ਤੁਸੀਂ ਇਸ ਗੱਲੋਂ ਨਾ ਘਬਰਾਓ। ਕਹਿੰਦਾ ਅੱਗੂ ਕੇਸ ਜਿਸੇ ਦਿੱਤਾ ਏਜੰਟ ਕਹਿੰਦਾ ਵੀ ਤੁਹਾਡੀ ਡੰਕੀ ਲਵਾਣੀ ਹੈ। ਕਹਿੰਦਾ ਅਸੀਂ ਅਗਰ ਠੀਕ ਹੈ ਕੋਈ ਮਸਲਾ ਨਹੀਂ, ਇੱਕ ਵਾਰੀ ਯੂਰਪ ਪਹੁੰਚੀਏ। ਕਹਿੰਦਾ ਨਿੱਕਾ ਭਰਾ ਮੇਰਾ ਨਾਲ ਆਇਆ। ਕਹਿੰਦਾ ਅੰਦਰੋਂ ਮੈਨੂੰ ਨਹੀਂ ਸੀ ਪਤਾ ਕਿ ਉਹਦੀ ਨੀਅਤ ਖਰਾਬ ਹੈ ਜਾਂ ਮੇਰੀ ਖਰਾਬ ਹੈ। ਕਹਿੰਦਾ ਬਰਾ ਜਿਸ ਵੇਲੇ ਉੱਥੋਂ ਗਿਆ ਤੇ ਅੱਗੇ ਬਰਫ਼ ਬਹੁਤ ਜ਼ਿਆਦਾ ਪਈ ਸੀ, ਉੱਥੇ ਜਾ ਕੇ ਤੇ ਅਸੀਂ ਰੱਜ ਪੁੱਜ ਰਹੇ ਕਿ ਅਸੀਂ ਕਿੱਥੇ ਆ ਕੇ ਫਸ ਗਏ ਹਾਂ। ਕਹਿੰਦਾ ਤਕਰੀਬਨ 2 ਕੁ ਦਿਨ ਉਹਨੇ ਏਜੰਟ ਨੇ ਸਾਨੂੰ ਬਰਫ਼ 'ਚ ਬਿਠਾਈ ਰੱਖਿਆ, ਔਰ ਛੱਡ ਕੇ ਖਾਣਾ ਪੀਣਾ ਜਿਹੜਾ ਉਹ ਖਤਮ ਹੋ ਗਿਆ। ਪੈਰ ਜਿਹੜੇ ਨੇ ਉਹ ਖਰਾਬ ਹੋਣਾ ਸ਼ੁਰੂ ਹੋ ਗਏ, ਹੱਥਾਂ ਦੇ ਜਿਹੜੇ ਅਗਲੇ ਪੋਟੇ ਨੇ ਉਹ ਵੀ ਖਰਾਬ ਹੋਣਾ ਸ਼ੁਰੂ ਹੋ ਗਏ। ਕਹਿੰਦਾ ਮੈਂ ਆਪਣੇ ਦਸਤਾਨੇ ਲਾ ਕੇ ਆਪਣੀ ਚੀਜ਼ਾਂ ਲਾ ਕੇ ਨਿੱਕੇ ਭਰਾ ਨੂੰ ਦਿੰਦਾ ਰਿਹਾ। ਕਹਿੰਦਾ ਤਕਰੀਬਨ ਅਸੀਂ ਫਿਰ ਟੁਰਨਾ ਸੀ, 2 ਦਿਨ ਅਸੀਂ ਲਗਾਤਾਰ ਟੁਰਨਾ ਸੀ। ਕਹਿੰਦਾ ਇੱਕ ਦਿਨ ਟੁਰੇ ਆ ਤੇ ਸਾਨੂੰ ਪਤਾ ਨਹੀਂ ਲੱਗਾ ਅੱਗੇ ਬਰਫ਼ ਆਈ ਤੇ ਖੱਡਾ ਆ। ਕਹਿੰਦਾ ਯਕਦਮ ਜਿਹੜਾ ਮੈਂ ਚੁੱਕਿਆ ਵਿੱਚ ਜਾ ਪਿਆ। ਕਹਿੰਦੇ ਵਿੱਚ ਜਾ ਪਿਆ ਤੇ ਉਹ ਜਿਹੜਾ ਗੋਡਾ ਮੇਰਾ ਜਿਹੜਾ ਕਿਤੇ ਜਾ ਵੱਜਿਆ। ਕਹਿੰਦਾ ਜੂੰ ਉਹਨਾਂ ਨੇ ਖਿੱਚ ਖੁੱਚ ਕੇ ਬਾਹਰ ਕੱਢਿਆ ਤੇ ਅੱਗੂ ਤੱਕਿਆ ਤੇ ਗੋਡਾ ਜਿਹੜਾ ਮੇਰਾ ਉਹ ਟਲ ਗਿਆ ਸੀ। ਕਹਿੰਦਾ ਜਿਸ ਵੇਲੇ ਉਹ ਸਾਰਿਆਂ ਤੱਕਿਆ ਉਹਨਾਂ ਕਿਹਾ ਗੱਲ ਸੁਣ ਹੁਣ ਤੂੰ ਅੱਗੇ ਨਹੀਂ ਜਾ ਸਕਦਾ, ਅੱਗੂ ਹੋਰ ਰਸਤਾ ਬਹੁਤ ਮੁਸ਼ਕਿਲ ਹੈ, ਇਹ ਜੇ ਤੂੰ ਜਾਏ ਤਾਂ ਵਾਪਸ ਹੀ ਕੱਲਾ ਤੂੰ ਜਾ ਸਕੇ। ਕਹਿੰਦਾ ਮੈਂ ਕਿਹਾ ਮੈਂ ਕੱਲਾ ਕਿਸ ਤਰ੍ਹਾਂ ਵਾਪਸ ਜਾਵਾਂਗਾ, ਮੈਂ ਜਿਹੜਾ ਅੱਗੇ ਹੀ ਜਾਣਾ। ਕਹਿੰਦਾ ਨਾ ਇਹ ਨਹੀਂ ਹੋ ਸਕਦਾ। ਕਹਿੰਦਾ ਕੋਈ ਨਿੱਕਾ ਭਰਾ ਮੇਰਾ ਸੀ, ਮੈਂ ਕਿਹਾ ਚੱਲ ਤੂੰ ਵੀ ਰਹਿਣ ਦੇ, ਅਸੀਂ ਦੋਵੇਂ ਜਿਹੜਾ ਇਕੱਠੇ ਵਾਪਸ ਟੁਰ ਚੱਲਨੇ ਆ। ਕਹਿੰਦਾ ਨਹੀਂ ਲਾਲਾ ਮੈਂ ਹੁਣ ਜਿਹੜਾ ਨਾ ਅੱਗੇ ਹੀ ਜਾਵਾਂਗਾ, ਤੂੰ ਕੱਲਾ ਹੀ ਪਿੱਛੇ ਟੁਰ ਜਾ। ਕਹਿੰਦਾ ਮੇਰੀ ਹਾਲਤ ਬੜੀ ਮਾੜੀ, ਮੈਂ ਉਹਨੂੰ ਦੱਸਿਆ ਕਿ ਮੇਰਾ ਤੇ ਇੱਕ ਗੋਡਾ ਵੀ ਨਹੀਂ ਕੰਮ ਪਿਆ ਕਰਦਾ, ਹੁਣ ਮੈਂ ਵਾਪਸ ਕਿਸ ਤਰ੍ਹਾਂ ਜਾਵਾਂਗਾ, ਹੋਰ ਮੇਰੇ ਕੋਲ ਖਾਣ ਵਾਸਤੇ ਕੁਝ ਨਹੀਂ। ਕਹਿੰਦਾ ਉਹਨਾਂ ਕਿਹਾ ਖਾਣ ਵਾਸਤੇ ਤੈਨੂੰ ਕੁਝ ਨਹੀਂ ਦੇਣਾ, ਤੂੰ ਜਿਸ ਤਰ੍ਹਾਂ ਵੀ ਹੈ ਤੂੰ ਨਿਕਲਣ ਦੀ ਗੱਲ ਕਰ। ਕਹਿੰਦਾ ਅੱਗੂ ਫਿਰ 2 ਦਿਨ ਟੁਰ ਕੇ ਜਾਣਾ ਸੀ ਵਾਪਸ, ਮੇਰੇ ਕੋਲ ਕਿੱਥੇ ਜਾਣਾ, ਮੇਰਾ ਤੇ ਗੋਡੇ ਨਹੀਂ ਕੰਮ ਕਰਦਾ। ਮੈਂ ਕਹਿੰਦਾ ਮੈਂ ਸਮਝਿਆ ਕਿ ਹੁਣ ਮੈਂ ਇੱਥੇ ਹੀ ਰਹਿਣਾ। ਕਹਿੰਦਾ ਮੈਂ ਨਿੱਕੇ ਨੂੰ ਆਖਿਆ ਗੱਲ ਸੁਣ, ਇਹ ਸਮਝ ਕੇ ਘਰਦਿਆਂ ਨੂੰ ਦੱਸ ਦੇਈ ਕਿ ਮੇਰੀ ਹੁਣ ਲਾਸ਼ ਹੀ ਇੱਥੋਂ ਜਾਣੀ ਹੈ, ਜੇ ਇਸ ਜਗ੍ਹਾ ਤੇ ਲਾਸ਼ ਪਈ ਹੋਵੇਗੀ ਇਸ ਰਸਤੇ ਤੇ। ਕਹਿੰਦਾ ਨਿੱਕੇ ਨੇ ਇਸ ਗੱਲ ਦਾ ਕੋਈ ਅਸਰ ਨਾ ਕੀਤਾ, ਉਹ ਵੀ ਯੂਰਪ ਦੇ ਨਸ਼ੇ 'ਚ ਹੈ, ਜ਼ਾਹਰੀ ਗੱਲ ਹੈ ਘਰ ਜਿਸ ਤਰ੍ਹਾਂ ਗੱਲਾਂ ਹੁੰਦੀਆਂ ਉਹਦੇ ਜ਼ਿਹਨ 'ਚ ਜਿਹੜਾ ਬਦਗੁਮਾਨੀ ਹੋ ਗਈ ਸੀ। ਕਹਿੰਦਾ ਬਹਰਹਾਲ ਉਹ ਜਿਹੜਾ ਡੰਕੀ ਲਾ ਗਿਆ। ਕਹਿੰਦਾ ਮੇਰੇ ਉੱਥੇ ਬਰਫ਼ 'ਚ ਮੈਂ ਬੈਠੇ ਆ। ਕਹਿੰਦਾ ਮੈਂ ਪੂਰੀ ਰਾਤ ਇਸ ਤਰ੍ਹਾਂ ਕੱਢੀ ਠੰਡ 'ਚ, ਨਾ ਕੋਈ ਟੁਰਨ ਹੋਵੇ। ਕਹਿੰਦਾ ਰੋਈ ਜਾਂ ਅੱਲਾ ਅੱਗੇ ਫਰਿਆਦ ਲਾ ਕੇ ਮੈਂ ਯਾ ਅੱਲਾ ਕਿੱਥੇ ਫਸ ਗਿਆ, ਮੇਰੀ ਮਦਦ ਕਰ। ਕਹਿੰਦਾ ਮੈਂ ਬੜੇ ਹੀ ਰੋਇਆ ਪਿਟਿਆ। ਕਹਿੰਦਾ ਇੱਕ ਥੋੜੀ ਦੇਰ ਬਾਅਦ ਮੈਨੂੰ ਜਿਹੜਾ ਨਾ ਆਵਾਜ਼ ਆਉਣ ਲੱਗ ਪਈ, ਕੋਈ ਅਰਬੀ 'ਚ ਗੱਲਾਂ ਪੇ ਕਰਦੇ ਸੀ। ਕਹਿੰਦਾ ਮੈਂ ਜ਼ੋਰ ਦਾ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਕਹਿੰਦਾ ਆਸਤਾ ਆਸਤਾ ਉਹਨਾਂ ਦੀ ਆਵਾਜ਼ ਵੀ ਜਿਹੜੀ ਹੈ ਮੇਰੇ ਨੇੜੇ ਆਉਣਾ ਸ਼ੁਰੂ ਹੋ ਗਈ। ਕਹਿੰਦਾ ਜਿਸ ਵੇਲੇ ਮੇਰੇ ਕੋਲ ਪਹੁੰਚੇ ਨੇ ਤੇ ਉਹ ਸੀ ਅਰਬੀ। ਕਹਿੰਦਾ 7-8 ਜਵਾਨ ਹੈ। ਕਹਿੰਦਾ ਮੈਨੂੰ ਤਾਕ ਕੇ ਤੇ ਬੜੇ ਪਰੇਸ਼ਾਨ। ਉਹਨਾਂ ਆਖਿਆ ਤੂੰ ਕਿੱਧਰ? ਕਹਿੰਦਾ ਮੈਂ ਇਸ ਤਰ੍ਹਾਂ ਆਇਆ ਸਾਂ। ਕਹਿੰਦਾ ਇਸ਼ਾਰਿਆਂ ਸ਼ੁਰਿਆਂ ਨਾਲ ਦੱਸਾਂ, ਥੋੜੀ ਇੰਗਲਿਸ਼ ਬੋਲੀ ਉਹਨਾਂ ਨਾਲ ਕਿ ਇਸ ਤਰ੍ਹਾਂ ਅਸੀਂ ਆਏ ਸਾਂ ਡੰਕੀ ਲਾਉਣ ਤੇ ਮੈਂ ਇਸ ਤਰ੍ਹਾਂ ਡਿੱਗ ਪਿਆ ਸਾਂ ਤੇ ਮੈਨੂੰ ਕਹਿੰਦੇ ਨੇ ਤੂੰ ਵਾਪਸ
ਵਾਪਸ ਟੁਰ ਜਾ। ਕਹਿੰਦਾ ਉਹ ਸਿਰ ਤੇ ਹੱਥ ਮਾਰਨ ਲੱਗ ਪਏ, ਕਹਿੰਦਾ ਤੇਰੇ ਮੁਲਕ ਦੇ ਇਸ ਤਰ੍ਹਾਂ ਨੇ ਤੈਨੂੰ ਪਿੱਛੇ ਛੱਡ ਕੇ ਟੁਰ ਜਾਏ, ਅਸੀਂ ਆਪਣੇ ਮੁਲਕ ਦੇ ਬੰਦਿਆਂ ਨੂੰ ਛੱਡ ਕੇ ਇਸ ਤਰ੍ਹਾਂ ਨਹੀਂ ਜਾਂਦੇ। ਕਹਿੰਦਾ ਲੇਕਿਨ ਮੈਂ ਕਿਹਾ ਮੈਂ ਹੁਣ ਕੀ ਕਰਾਂ, ਮੇਰੀ ਤੁਸੀਂ ਮਦਦ ਕਰੋ। ਕਹਿੰਦਾ ਉਹਦੇ ਹੱਥ ਬੰਨੇ, ਉਹਨਾਂ ਕਿਹਾ ਤੂੰ ਟੈਨਸ਼ਨ ਨਾ ਲੈ, ਅਸੀਂ ਚੱਲੇ ਆ ਤੇ ਅਸੀਂ ਤੈਨੂੰ ਨਾਲ ਲੈ ਕੇ ਜਾਵਾਂਗੇ। ਕਹਿੰਦਾ ਉਹਨਾਂ ਨੇ ਆਪਣੇ ਕੋਲ ਜਿਹੜਾ ਸੂਪ ਸ਼ੂਪ ਉਹਨਾਂ ਬਣਾਏ, ਅਸੀਂ ਉਹਨਾਂ ਨੂੰ ਸਾਰਾ ਪਤਾ ਸੀ ਕਿ ਡੰਕੀ ਕਿਸ ਤਰ੍ਹਾਂ ਲਾਣੀ ਹੈ। ਕਹਿੰਦਾ ਉਹਨਾਂ ਮੈਨੂੰ ਸੂਪ ਸ਼ੂਪ ਦਿੱਤਾ, ਸਾਰਾ ਖਾਣ ਵਾਲੀਆਂ ਚੀਜ਼ਾਂ ਦਿੱਤੀਆਂ, ਉਹਨਾਂ ਨੇ ਮੇਰੇ ਗੋਡੇ ਤੇ ਚੰਗੀ ਜ਼ੋਰ ਦੀ ਪੱਟੀ ਬੰਨੀ। ਕਹਿੰਦਾ ਮੇਰੇ ਆਪਣੇ ਬੰਦਿਆਂ ਨੇ ਤੇ ਮੇਰੇ ਵੱਲ ਤੱਕਿਆ ਵੀ ਨਹੀਂ ਸੀ। ਕਹਿੰਦਾ ਪਰ ਉਹਨਾਂ ਮੇਰੇ ਗੋਡੇ ਤੇ ਪੱਟੀ ਛੱਟੀ ਬੰਨ ਕੇ ਤੇ ਉਹਨਾਂ ਜਿਹੜਾ ਮੈਨੂੰ ਜਿਹੜਾ ਨਾ ਆਪਣੇ ਨਾਲ ਮੋਢੇ ਤੇ ਚੁੱਕਿਆ, ਦੂਸਰੇ ਬੰਦੇ ਨਾਲ ਲਿਆ। ਕਹਿੰਦਾ ਤਕਰੀਬਨ ਉਹਨਾਂ ਨੇ 2-4 ਘੰਟੇ ਟੁਰ ਕੇ ਨਾ ਇੱਕ ਸਾਫ਼ ਦੀ ਜਗ੍ਹਾ ਤੇ ਉੱਥੇ ਜਾ ਕੇ ਬੈਠੇ। ਕਹਿੰਦਾ ਬ੍ਰਦਰ ਤੂੰ ਫਿਕਰ ਨਾ ਕਰ, ਅਸੀਂ ਯੂਰਪ ਜਾਵਾਂਗੇ, ਤੂੰ ਵੀ ਨਾਲ ਹੀ ਜਾਏਗਾ। ਕਹਿੰਦਾ ਉਹਨਾਂ ਨੇ ਮੈਨੂੰ ਜਨਾਬ ਬੜੀ ਮੁਸ਼ਕਿਲ ਨਾਲ ਜਿਹੜਾ ਆਪਣੇ ਨਾਲ ਬਾਰਡਰ ਕ੍ਰਾਸ ਕਰਾਇਆ, ਉੱਥੇ ਉਹ ਯੂਰਪ ਲੈ ਕੇ ਆਏ। ਕਹਿੰਦਾ ਜਿਸੇ ਯੂਰਪ ਵੜੇ ਆ ਤੇ ਅੱਗੋਂ ਪੁਲਿਸ ਨੇ ਫੜਿਆ, ਪੁਲਿਸ ਨੇ ਜਿਸੇ ਤੱਕਿਆ ਕਿ ਮੇਰਾ ਤੇ ਇੱਕ ਗੋਡਾ ਹੀ ਨਹੀਂ ਕੰਮ ਕਰਦਾ। ਕਹਿੰਦਾ ਮੈਨੂੰ ਉਹਨਾਂ ਨੇ ਦਾਖਲ ਕਰ ਲਿਆ, ਉੱਥੇ ਦਾਖਲ ਕਰਕੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਮੈਨੂੰ ਸਟੇ ਦਿੱਤੀ। ਕਹਿੰਦਾ ਸਟੇ ਦਿੱਤੀ ਤੇ ਮੈਂ ਜਿਹੜਾ ਥੋੜਾ ਆਸਤਾ ਠੀਕ ਹੋਣਾ ਸ਼ੁਰੂ ਹੋ ਗਿਆ। ਕਹਿੰਦਾ ਮੈਂ ਉਹਨਾਂ ਨੂੰ ਆਖਿਆ ਕਿ ਮੈਂ ਫੋਨ ਕਰਨਾ ਹੈ। ਕਹਿੰਦਾ ਲੇਕਿਨ ਉਹਨਾਂ ਨੇ ਮੇਰਾ ਫੋਨ ਕੋ ਨਾ ਕਰਾਇਆ। ਕਹਿੰਦਾ ਤਕਰੀਬਨ 3-4 ਮਹੀਨੇ ਜਿਹੜਾ ਕੈਂਪ 'ਚ ਰਹਿਣ ਤੋਂ ਬਾਅਦ ਉਹਨਾਂ ਨੇ ਦੂਸਰੇ ਕੈਂਪ 'ਚ ਮੈਨੂੰ ਟੋਰਿਆ, ਜਿਹੜਾ ਨਾਰਮਲ ਕੈਂਪ ਹੁੰਦਾ। ਉੱਥੇ ਜਾ ਕੇ ਮੈਂ ਫੋਨ ਲੈ ਕੇ ਤੇ ਆਪਣੀ ਸੱਸ ਨੂੰ ਫੋਨ ਕੀਤਾ, ਉਹਨੂੰ ਮੈਂ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਮੈਂ ਪਹੁੰਚ ਆਇਆ। ਕਹਿੰਦਾ ਉਹਨਾਂ ਦੇ ਸਮਝਿਆ ਕਿ ਮੈਂ ਕਿਤੇ ਮਰ ਮੁਰ ਗਿਆ, ਨਿੱਕਾ ਜਿਹੜਾ ਉਹ ਯੂਰਪ ਪਹੁੰਚ ਆਇਆ ਸੀ, ਲੇਕਿਨ ਮੈਂ ਜਿਹੜਾ ਉਹਦੇ ਤੂੰ ਜਿਹੜਾ ਬਾਅਦ 'ਚ ਪਹੁੰਚਿਆ। ਕਹਿੰਦਾ ਮੈਂ ਘਰਦਿਆਂ ਨੇ ਦੱਸਿਆ, ਖੁਸ਼ ਹੋ ਗਏ ਕਿ ਮੁੰਡਾ ਜਿਹੜਾ ਯੂਰਪ ਪਹੁੰਚ ਆਇਆ। ਕਹਿੰਦਾ ਇੱਥੇ ਪਹੁੰਚ ਕੇ ਆ ਕੇ ਨਿੱਕਾ ਮੇਰਾ ਇਤਨੀਆਂ ਮੁਸ਼ਕਿਲਾਂ 'ਚ ਰਿਹਾ, ਨਿੱਕਾ ਭਰਾ ਮੈਂ ਤਾਂ ਹਰ ਜਗ੍ਹਾ ਤੇ ਉਹਦੀ ਮਦਦ ਕੀਤੀ ਹੈ, ਲੇਕਿਨ ਮੈਨੂੰ ਇਹ ਜ਼ਿਹਨ 'ਚ ਆਇਆ ਕਿ ਇਹਨੇ ਮੇਰਾ ਅਹਿਸਾਸ ਨਹੀਂ ਕੀਤਾ ਰਾਹ 'ਚ। ਕਹਿੰਦਾ ਮੈਂ ਭੁੱਲ ਭਾਲ ਗਿਆ, ਮੈਂ ਕਿਹਾ ਛੱਡੋ ਪਰਾਂ, ਜੋ ਇਹ ਕਰ ਆਇਆ ਉਹ ਮੇਰੀ ਕਿਸਮਤ ਹੈ। ਉੱਥੋਂ ਜੇ ਮੈਂ ਨਿਕਲ ਆਇਆ ਤੇ ਅੱਲਾ ਨੇ ਮੈਨੂੰ ਇੱਥੇ ਵੀ ਪਹੁੰਚਾ ਦਿੱਤਾ। ਹੁਣ ਮੈਂ ਇਹਦੇ ਨਾਲ ਕੀ ਲੜਾਈ ਲਾਣੀ ਹੈ, ਮੈਂ ਇਹਨੂੰ ਕੋਈ ਲੋੜ ਨਹੀਂ, ਲੇਕਿਨ ਮੈਨੂੰ ਇਹਦੇ ਤੇ ਕੋਈ ਭਰੋਸਾ ਕਰਨ ਦੀ ਲੋੜ ਨਹੀਂ ਕਿ ਮੇਰੇ ਵਾਸਤੇ ਅੱਗੂ ਇਹ ਕੁਝ ਕਰੇਗਾ। ਕਹਿੰਦਾ ਮੇਰੇ ਨਸੀਬਾਂ 'ਚ ਮੈਂ ਯੂਰਪ ਪਹੁੰਚ ਜਾਇਆ। ਕਹਿੰਦਾ ਮੈਨੂੰ ਪੇਪਰ ਵੀ ਲੱਭ ਗਏ ਨੇ, ਬੜੀ ਮੁਸ਼ਕਿਲ ਨਾਲ ਮੈਂ ਪੈਸੇ ਲਾ ਕੇ ਤੇ ਨਿੱਕੇ ਦੇ ਪੇਪਰ ਬਣਵਾਏ ਨੇ। ਲੇਕਿਨ ਇਸ ਤਰ੍ਹਾਂ ਹੁੰਦਾ ਕਿ ਯੂਰਪ ਜਿਹੜਾ ਨਾ ਹਰ ਬੰਦੇ ਨੂੰ ਕੁਝ ਦਾ ਕੁਝ ਕਰਾ ਸਕਦਾ ਹੈ। ਜਵਾਨ ਜਿਹੜਾ ਯੂਰਪ ਤੇ ਪਹੁੰਚਿਆ, ਲੇਕਿਨ ਘਰਦਿਆਂ ਨੂੰ ਚਾਹੀਦਾ ਕਿ ਵੱਡਾ ਪੁੱਤਰ ਹੈ, ਬੇਸ਼ੱਕ ਉਹਦੀ ਸ਼ਾਦੀ ਹੋਈ ਹੈ, ਲੇਕਿਨ ਕੋਸ਼ਿਸ਼ ਕਰੋ ਉਹਦੀ ਮਦਦ ਕਰੋ। ਜੇ ਤੁਹਾਡੀ ਖਿਦਮਤ ਕਰਦਾ ਹੈ ਉਹ ਵੀ ਪੁੱਤਰ ਉਤਨਾ ਹੀ ਹੈ ਜਿਤਨਾ ਦੂਸਰਾ ਹੈ। ਇਹ ਨਹੀਂ ਕਿ ਉਹਦੀ ਬੀਵੀ ਹੈ ਤੇ ਹੁਣ ਤੁਸੀਂ ਉਹਦਾ ਜਿਹੜਾ ਸਾਥ ਛੱਡ ਦਿਓਗੇ। ਦੂਜਿਆਂ ਦੀ ਗੱਲ ਨਾ ਸੁਣਿਆ ਕਰੋ, ਕੋਸ਼ਿਸ਼ ਕਰਿਆ ਕਰੋ ਕਿ ਸਾਰੇ ਰਲ ਮਿਲ ਕੇ ਰਹੋ। ਗੱਲ ਅੱਛੀ ਲੱਗੇ ਤਾਂ ਲਾਈਕ ਵੀ ਕਰਿਆ ਕਰੋ, ਕਮੈਂਟਸ ਵੀ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਓ। ਅੱਲਾ ਹਾਫਿਜ਼।